ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਵੇਰਾ ਪੰਜਾਬ ਤੇ ਮੈਂ ਸਿਮਰਨ ਇਸ ਖਾਸ ਬੁਲੇਟਿਨ 'ਚ ਤੁਹਾਡਾ ਸਵਾਗਤ ਕਰਦੀ ਹਾਂ। ਇਸ ਬੁਲੇਟਿਨ 'ਚ ਅਸੀਂ ਪੰਜਾਬ ਦੀਆਂ ਕੋਨੇ-ਕੋਨੇ ਦੀਆਂ ਖਬਰਾਂ ਲੈ ਕੇ ਹਾਜ਼ਰ ਹੁੰਨੇ ਆ, ਜਿਨ੍ਹਾਂ ਦਾ ਸਿੱਧਾ ਸਰੋਕਾਰ ਆਮ ਜਨਤਾ ਨਾਲ ਹੁੰਦਾ ਹੈ। ਤੇ ਹੁਣ ਸ਼ੁਰੂਆਤ ਕਰਦੇ ਹਾਂ ਕੁਝ ਖਾਸ ਖਬਰਾਂ ਤੋਂ। ਬਰਨਾਲਾ 'ਚ ਤੇਜ਼ ਹਨੇਰੀ ਤੇ ਬਾਰਿਸ਼ ਦੇ ਨਾਲ ਕਿਸਾਨਾਂ ਦੀ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਤੇ ਸਬਜ਼ੀ ਉਤਪਾਦਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਬਜ਼ੀ ਦੀ ਬਿਜਾਈ ਕਰਨ ਦੇ ਲਈ ਪਰ ਏਕੜ 70,000 ਰੁਪਏ ਦਾ ਠੇਕਾ ਲਿੱਤਾ ਹੋਇਆ ਸੀ, ਜਿਸ ਦੇ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਤੇ ਜਦੋਂ ਪੱਤਰਕਾਰ ਹਿਮਾਂਸ਼ੂ ਦੂਆ ਵੱਲੋਂ ਬਰਨਾਲਾ ਦੇ ਵਿੱਚ ਸਬਜ਼ੀ ਉਤਪਾਦਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਸੁਣੋ ਉਹਨਾਂ ਦਾ ਕੀ ਕਹਿਣਾ ਹੈ। सर मेरा नुकसान तो बहुत हुआ है और नुकसान हो गया, इसलिए मैं आप आए मेरे पूछने के लिए, तो इसलिए मैं आपको बता रहा हूँ, आप कष्ट मेरे जानने के लिए। तो मेरा ख़राब हुआ है सर, कद्दू हुआ है और क्या कहते भिंडी ख़राब हुआ है और तर ख़राब हो गया सर, बहुत कीमती चीज़ है सर। और तर ख़राब हो गया, भिंडी ख़राब हुआ है, जो लगाए हैं नमक वो ख़राब हुआ है। नुकसान तो सर कहने से भी ज़्यादा है। 70,000 रुपये किले ठेका लिया हूँ और इसमें क्या नुकसान लगा सकते हैं, बहुत नुकसान हो गया सर। बारिश और होगा सर तो हम लोग को रोटी पर भी आफत पड़ जाएगा, यहाँ पर रोटी भी नहीं सर पूरेगा, क्यों कि सारे खराबी हो जाएगा। 70,000 रुपया उधर पूरा करना है और रोटी भी खाना है, बस यही सर, और क्या कपड़े लत्ते खाने पीने। बाकी तो सर ये बारिश हो गया तो इस बार हम लोग को घर से ही घाटा लगेगा। बारिश से लगभग 1 किला नुकसान हो गया, 1 किला नुकसान हो गया। भिंडी हो गया, चौला खराब हो गया और तर तुर है वो भी खराब हो गया, कुछ भिंडी खराब हो गया। लगभग 1 लाख का नुकसान हो गया मेरे। हाँ, पिंड से आए हैं, बाल बच्चा छोड़ करके, बिहार छोड़ करके यहाँ आए हैं कि कुछ पैसा कमाएंगे, लेकिन यहाँ यही कोरोना की वजह से ही है कि बारिश की वजह से पूरा चीज़ में घाटा लग गया। ਉੱਥੇ ਬਠਿੰਡਾ ਦੀ ਸਬ ਡਿਵੀਜ਼ਨ ਮੋੜ ਮੰਡੀ ਦੇ ਵਿੱਚ ਇੱਕ ਬੈਂਕ ਵੱਲੋਂ ਕਿਸਾਨ ਦੀ ਫਸਲ ਦੇ ਆਏ ਖਾਤੇ ਵਿੱਚ ਪੈਸੇ ਕਿਸੇ ਹੋਰ ਵਿਅਕਤੀ ਨੂੰ ਦੇਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਬੈਂਕ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨਾਂ ਵੱਲੋਂ ਬੈਂਕ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦਾ ਇਹ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕਰਨਗੇ। ਉੱਥੇ ਹੀ ਬੈਂਕ ਅਧਿਕਾਰੀ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਰਹੇ ਨੇ। ਦੇਸ਼ ਦੇ ਕਿਸਾਨ ਸਰਕਾਰਾਂ ਵੱਲੋਂ ਫਸਲਾਂ ਦੀ ਅਦਾਇਗੀ ਸਿੱਧੀ ਬੈਂਕ ਖਾਤੇ ਵਿੱਚ ਪਾਉਣ ਦਾ ਪਹਿਲਾਂ ਹੀ ਵਿਰੋਧ ਕਰ ਰਹੇ ਨੇ। ਉੱਥੇ ਹੀ ਅੱਜ ਸਿੱਧੀ ਖਾਤੇ ਵਿੱਚ ਆਈ ਫਸਲ ਦੀ ਅਦਾਇਗੀ ਵੀ ਬੈਂਕ ਦੀ ਕਥਿਤ ਲਾਪਰਵਾਹੀ ਜਾਂ ਅਣਦੇਖੀ ਇੱਕ ਕਿਸਾਨ ਲਈ ਮੁਸ਼ਕਲ ਬਣ ਗਈ। ਦਰਅਸਲ ਪਿੰਡ ਲੱਲੇਵਾਲਾ ਦੇ ਕਿਸਾਨ ਜਸਵੰਤ ਸਿੰਘ ਦੇ ਖਾਤੇ ਵਿੱਚ ਕਣਕ ਦੀ ਫਸਲ ਦੇ 1,87,625 ਰੁਪਏ ਆਏ ਸਨ, ਪਰ ਉਸਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਹ ਬੈਂਕ ਵਿੱਚੋਂ ਪੈਸੇ ਕਢਵਾਉਣ ਗਿਆ, ਪਰ ਉਸਦੇ ਖਾਤੇ ਵਿੱਚ ਪਹਿਲਾਂ ਹੀ ਪੈਸੇ ਨਿਕਲ ਚੁੱਕੇ ਸਨ। ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਨਾਮ ਦੇ ਹੀ ਗਹਿਰੀ ਬਾਰਾ ਸਿੰਘ ਦੇ ਕਿਸਾਨ ਨੂੰ ਲੱਖਾਂ ਰੁਪਏ ਕੱਢ ਕੇ ਦੇ ਦਿੱਤੇ ਗਏ ਤੇ ਹੁਣ ਬੈਂਕ ਅਧਿਕਾਰੀ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਸਿੱਧੀ ਅਦਾਇਗੀ ਦੇਣ ਦੇ ਫੈਸਲੇ ਦਾ ਪਹਿਲਾਂ ਹੀ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਬੈਂਕ ਦੀ ਅਣਗਹਿਲੀ ਕਰਕੇ ਗਲਤ ਆਈ ਚੈੱਕ ਬੁੱਕ ਕਿਸਾਨ ਦੇ ਪੈਸੇ ਹੋਰ ਵਿਅਕਤੀ ਕਢਵਾ ਕੇ ਲੈ ਗਿਆ, ਜਿਸ ਨਾਲ ਪੀੜਤ ਕਿਸਾਨ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਿੰਨਾ ਸਮਾਂ ਪੀੜਤ ਕਿਸਾਨ ਨੂੰ ਉਸਦੇ ਬਣਦੇ ਪੈਸੇ ਨਹੀਂ ਦਿੱਤੇ ਜਾਂਦੇ, ਇਹ ਸੰਘਰਸ਼ ਉਨੀ ਚਿਰ ਹੀ ਜਾਰੀ ਰਹੇਗਾ। ਕੀ ਨਾਮ ਹੈ ਤੁਹਾਡਾ? ਜਸਵੰਤ ਸਿੰਘ ਜੀ, ਸਨੋਪੂਰਾ ਸਿੰਘ। ਅੱਛਾ, ਪਿੰਡ ਲੇਲੇ ਵਾਲਾ ਜੀ। ਅੱਛਾ ਜੀ। ਮੇਰੇ ਪੀਐਨਬੀ ਬੈਂਕ 'ਚ ਕਣਕ ਦੀ ਫਸਲ ਦੇ ਪੈਸੇ ਸੀਗੇ ਜੀ। ਕਿੰਨੇ ਸੀ ਜੀ? 1,87,625 ਜੀ। ਅੱਛਾ, ਇਹ ਮੰਨ ਕੇ ਚੱਲ ਵੀ ਇਸ ਬੈਂਕ ਨੇ ਕਿਸੇ ਹੋਰ ਬੰਦੇ ਨੂੰ, ਉਹ ਵੀ ਸੇਮ ਟੂ ਸੇਮ ਮੇਰੇ ਨਾਮ ਦਾ ਹੀ ਸੀਗਾ ਜੀ, ਜਸਵੰਤ ਸਿੰਘ, ਸਨੋਪੂਰਾ ਸਿੰਘ, ਗਹਿਰੀ ਬਾਰਾ ਸਿੰਘ ਜੀ, ਉਹਨਾਂ ਨੂੰ ਕੱਢ ਕੇ ਦਿੱਤੇ ਜੀ ਇਹ ਪੈਸੇ। ਤੇ ਹੁਣ ਬੈਂਕ ਸਾਨੂੰ ਕੁਝ ਇਨਸਾਫ ਨਹੀਂ ਦੇ ਰਹੀ ਜੀ। ਚੈੱਕ ਬੁੱਕ ਹੈ ਜਿਹੜੀ ਮੰਨ ਕੇ ਚੱਲ ਚੈੱਕ ਬੁੱਕ ਅਪਲਾਈ ਕੀਤੀ ਸੀਗੀ ਜੀ, ਉਹ ਚੈੱਕ ਬੁੱਕ 'ਤੇ ਐਡਰੈਸ ਤਾਂ ਮੇਰਾ ਹੈ ਤੇ ਜਿਹੜਾ ਖਾਤਾ ਨੰਬਰ ਹੈ ਉਹ ਗਹਿਰੀ ਬਾਰਾ ਸਿੰਘ ਜੀ ਵਾਲੇ ਦਾ ਜੀ। ਹੁਣ ਤੁਹਾਨੂੰ ਕੀ ਲੱਗਦਾ ਜੀ? ਦੇਖੋ ਜੀ, ਹਲੇ ਕੋਈ ਇਨਸਾਫ ਹੀ ਨਹੀਂ ਮਿਲ ਰਿਹਾ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਪ੍ਰਸ਼ਾਸਨ ਤਾਂ ਇਹੀ ਮੰਗ ਕਰਦੇ ਆ ਜੀ, ਆਪਾਂ ਨੂੰ ਆਪਣੀ ਪੇਮੈਂਟ ਦਵਾਈ ਜਾਵੇ ਜੀ। ਯੂਨੀਅਨ ਬਾਕੀ ਸਾਡੇ ਨਾਲ ਆ ਜੀ, ਜੋ ਆਪਣੀ ਯੂਨੀਅਨ ਕਰੂਗੀ ਅੱਗੇ ਦੇਖਿਆ ਜਾਊਗਾ। ਹਾਂਜੀ ਵੀਰ ਜੀ, ਮੈਂ ਮਹਿਮਾ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ, BKU ਸਿੱਧੂਪੁਰ। ਇਹ ਮਾਮਲਾ ਕੀ ਹੈ ਸਾਰਾ ਜੀ?
ਇਹ ਮਾਮਲਾ ਵੀਰ ਜੀ ਜਿਹੜਾ ਸਰਕਾਰ ਨੇ ਸਾਡੇ ਕਿਸਾਨਾਂ ਵਾਸਤੇ ਇੱਕ ਬਹੁਤ ਵਧੀਆ ਕਾਨੂੰਨ ਕਹਿ ਕੇ ਸਾਡੇ ਤੇ ਲਾਗੂ ਕੀਤਾ ਹੈ, ਜਿਹੜਾ ਪੈਸਾ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧਾ ਆਊਗਾ। ਅਸੀਂ ਇਸੇ ਕਰਕੇ ਪਿੱਟ ਰਹੇ ਹਾਂ ਵੀ ਇਹਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਵੀ ਫਰਕ ਪੈਣਗੇ ਤੇ ਸਾਡੇ ਆੜ੍ਹਤੀਆਂ ਨਾਲ ਵੀ ਫਰਕ ਪੈਣਗੇ। ਅੱਜ ਜਾਗਦੀ ਮਿਸਾਲ ਹੈ ਸਾਡਾ ਵੀਰ ਜਸਵੰਤ ਸਿੰਘ ਪੁੱਤਰ ਭੂਰਾ ਸਿੰਘ ਪਿੰਡ ਲੇਲੇਵਾਲਾ, ਤੇ ਦੂਸਰੇ ਪਾਸੇ ਜਸਵੰਤ ਸਿੰਘ ਪੁੱਤਰ ਭੂਰਾ ਸਿੰਘ ਪਿੰਡ ਗਹਿਰੀ ਬਾਰਾ ਸਿੰਘ। ਇਹ ਜਸਵੰਤ ਸਿੰਘ ਲੇਲੇਵਾਲੇ ਵਾਲਾ ਵੀਰ ਹੈ ਜਿਕੋਂ ਇਸ ਕਿਸਾਨ ਦੇ ਕਣਕ ਦੀ ਜਿਹੜੀ ਪੇਮੈਂਟ ਸੀ ਉਹ ਇਹਦੇ ਖਾਤੇ ਦੇ ਵਿੱਚ ਆਈ। ਖਾਤਾ ਕੀ ਸੀ, ਜਿਹੜਾ ਤਾਂ ਇਹਨਾਂ ਨੇ ਚੈੱਕ ਬੁੱਕ ਭੇਜੀ ਹੈ, ਚੈੱਕ ਬੁੱਕ ਦੇ ਉੱਪਰ ਤਾਂ ਇਸ ਵੀਰ ਦਾ ਐਡਰੈਸ ਹੈ ਪਿੰਡ ਲੇਲੇਵਾਲੇ ਦਾ। ਦੇਖੋ ਸਰਕਾਰਾਂ ਦਾ ਜਿਹੜਾ ਬੈਂਕਾਂ ਦਾ ਏਕੀਕਰਨ ਸੀ ਉਹਦਾ ਕਿੱਡਾ ਵਧੀਆ ਨਤੀਜਾ ਆ ਰਿਹਾ ਸਾਹਮਣੇ। ਜਿਹੜਾ ਵਿੱਚ ਉਹਦੇ ਚੈੱਕ ਬਣੇ ਨੇ ਉਹ ਹੈ ਖਾਤਾ, ਚੈੱਕ ਦਾ ਜਿਹੜਾ ਅਕਾਊਂਟ ਦਾ ਇਹਨਾਂ ਦਾ ਨੰਬਰ ਹੈ ਉਹ ਹੈ ਜਿਹੜਾ ਗਹਿਰੀ ਬਾਰਾ ਸਿੰਘ ਦਾ। ਗਹਿਰੀ ਬਾਰਾ ਸਿੰਘ ਵਾਲਾ ਜਸਵੰਤ ਸਿੰਘ ਲੇਲੇ ਵਾਲੇ ਜਸਵੰਤ ਸਿੰਘ ਦੇ ਪੈਸੇ ਅਕਾਊਂਟ ਨੰਬਰ ਉਹਦਾ ਹੋਣ ਕਰਕੇ ਕਢਵਾ ਕੇ ਲੈ ਗਿਆ 1,87,625 ਰੁਪਏ, ਜਿਹਦੇ ਵਿੱਚੋਂ ਉਹਨੇ 1,87,500 ਰੁਪਇਆ ਕਢਵਾਇਆ। ਜਦੋਂ ਇਹ ਵੀਰ ਆਇਆ ਬੈਂਕ ਦੇ ਵਿੱਚ ਆਪਣਾ ਪੈਸੇ ਕਢਾਉਣ ਵਾਸਤੇ ਆਪਣੇ ਆੜ੍ਹਤੀਏ ਨੂੰ ਨਾਲ ਲੈ ਕੇ, ਤੇ ਜਦੋਂ ਉਹਨਾਂ ਨੇ ਬੈਂਕ ਨੇ ਪੜਤਾਲ ਕੀਤੀ ਤਾਂ ਇਹੀ ਕੁਝ ਨਿਕਲਿਆ ਵੀ ਜਿਹੜਾ ਚੈੱਕ ਸੀ ਉਹਦਾ ਅਕਾਊਂਟ ਨੰਬਰ ਕਿਸੇ ਹੋਰ ਦਾ ਸੀ। ਇਹਨਾਂ ਦੇ ਖਾਤੇ ਦੇ ਵਿੱਚ ਉਹ ਪੈਸੇ ਹੀ ਨਹੀਂ ਜਮ੍ਹਾਂ ਹੋ ਪਏ ਜਿਹੜੇ ਉਹਦੇ ਖਾਤੇ ਦੇ ਵਿੱਚ ਇਹਨਾਂ ਦੀ ਪੇਮੈਂਟ ਨਿਕਲ ਗਈ। ਉਸ ਤੋਂ ਬਾਅਦ ਉਹਨੇ ਕਢਵਾ ਕੇ ਕਿਸੇ ਹੋਰ ਬੈਂਕ ਦੇ ਵਿੱਚ ਆਪਦੀ ਜਿਹੜੀ ਦੇਣ ਲੈਣ ਸੀ ਉਹ ਕਰ ਲਿਆ, ਪਰ ਇਹ ਸਾਡਾ ਵੀਰ ਪੈਸਿਆਂ ਤੋਂ ਸੱਖਣਾ ਹੈ। ਬੈਂਕ ਦੇ ਵਿੱਚ ਆਇਆ, ਬੈਂਕ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਜਾਂ ਨਾ ਕੀਤੀ ਉਹ ਉਹਨਾਂ ਨੂੰ ਪਤਾ ਹੈ। ਸਾਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਅਸੀਂ ਪਰਮਿਸ਼ਨਾਂ ਲਈਆਂ, ਅਸੀਂ ਉਹਦੇ ਬੈਂਕ ਦੇ ਜਿਹੜੇ ਖਾਤੇ ਸੀ ਉਹਨਾਂ ਦੇ ਵਿੱਚ ਜਾਣਕਾਰੀ ਹਾਸਲ ਕੀਤੀ। ਇਹਨਾਂ ਦਾ ਪਿੱਛੇ 2009 ਤੋਂ ਲੈ ਕੇ ਜਿਹੜਾ ਖਾਤਾ ਸੀ ਉਹ ਚੈੱਕ ਕੀਤਾ। ਇਸ ਵੀਰ ਨੂੰ ਵੀ 3000 ਰੁਪਈਆ ਉਸ ਕਿਸਾਨ ਦਾ ਆ ਗਿਆ ਸੀ। ਇਹਨੇ ਇਮਾਨਦਾਰੀ ਨਿਭਾਉਂਦੇ ਹੋਏ, ਇਨਸਾਨੀਅਤ ਨੂੰ ਸੰਭਾਲਦੇ ਹੋਏ ਉਹਦਾ 3000 ਰੁਪਈਆ ਵਾਪਸ ਕੀਤਾ ਸੀ। ਪਰ ਉਹ ਜਿਹੜਾ ਵੀਰ ਹੈ ਉਹ ਕਣਾਕੁਣੀ ਕਰਨ ਤੇ ਤੁਲਿਆ ਹੋਇਆ ਹੈ। ਅੱਜ ਅਸੀਂ ਬੈਂਕ ਦੇ ਵਿੱਚ ਆਏ ਹਾਂ, ਸਾਡੇ ਕਿਸਾਨ ਬਹੁਤ ਸਾਰੇ ਹਲਕੇ ਦੇ ਆਏ ਹੈ। ਅਸੀਂ ਪਹਿਲੇ ਨੰਬਰ ਤੇ ਗੱਲ ਕਰਦੇ ਹੁੰਦੇ ਆ ਵੀ ਜਿਹੜਾ ਬੈਂਕ ਦਾ ਜਾਂ ਕਿਸੇ ਵੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਹੈ ਉਸ ਨਾਲ ਸਿੱਧੀ ਗੱਲਬਾਤ ਕਰਕੇ ਪਤਾ ਲੱਗੂਗਾ ਵੀ ਕੀ ਹੈ। ਜੇਕਰ ਕੋਈ ਬੈਂਕ ਜਾਂ ਕੋਈ ਹੋਰ ਅਧਿਕਾਰੀ ਹੈ ਜਿਹੜਾ ਟਾਲ ਮਟੋਲ ਕਰਦਾ ਹੈ ਤਾਂ ਉਹਦੇ ਵਾਸਤੇ ਸਾਡੀ ਜਿਹੜੀ ਇਹ ਫੌਜ ਹੈ ਇਹ ਤਿਆਰ ਬੈਠੀ ਹੈ। ਜੇਕਰ ਬੈਂਕ ਨੇ ਕੋਈ ਨਾ ਯੋਗ ਕਦਮ ਚੁੱਕੇ ਤਾਂ ਅਸੀਂ ਇਸ ਵੀਰ ਦੇ ਪੈਸੇ ਦਿਵਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰਾਂਗੇ। ਜਿੱਥੋਂ ਤੱਕ ਵੀ ਸਾਨੂੰ ਇਹ ਲੜਾਈ ਲੜਨੀ ਪਈ ਅਸੀਂ ਲੜਾਂਗੇ। ਉਧਰ ਦੂਜੇ ਪਾਸੇ ਬੈਂਕ ਅਧਿਕਾਰੀ ਕੈਮਰੇ ਸਾਹਮਣੇ ਤਾਂ ਨਹੀਂ ਆਏ, ਪਰ ਪਤਾ ਲੱਗਾ ਹੈ ਕਿ ਜਿਸ ਵਿਅਕਤੀ ਨੇ ਪੈਸੇ ਨਿਕਲਵਾਏ ਨੇ ਉਸ ਤੋਂ ਪੈਸੇ ਵਾਪਸ ਕਰਵਾਉਣ ਲਈ ਪੁਲਿਸ ਦੀ ਮਦਦ ਦੇ ਨਾਲ ਬੈਂਕ ਅਧਿਕਾਰੀ ਜੱਦੋਜਹਿਦ ਵਿੱਚ ਲੱਗੇ ਹੋਏ ਨੇ। ਬਠਿੰਡਾ ਤੋਂ ਹਰਵਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ। ਤਲਵਾੜਾ ਦੇ ਨੇੜਲੇ ਪਿੰਡ ਕਮਾਹੀ ਦੇਵੀ ਦੀ ਆਰਮੀ ਕੰਟੀਨ 'ਚ ਸਾਬਕਾ ਫੌਜੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦੱਸ ਦੇਈਏ ਕਿ ਫੌਜੀਆਂ ਨੂੰ ਟੋਕਨ ਦੀ ਖਰਾਬ ਵਿਵਸਥਾ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਕੰਟੀਨ 'ਚ ਆਏ ਸਾਬਕਾ ਫੌਜੀਆਂ ਦੇ ਪਰਿਵਾਰਾਂ ਵੱਲੋਂ ਕੋਰੋਨਾ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ। ਕੰਟੀਨ ਵਿੱਚ ਸਮਾਨ ਲੈਣ ਆਏ ਸਾਬਕਾ ਫੌਜੀਆਂ ਨੇ ਕੰਟੀਨ ਸਟਾਫ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਟੋਕਨ ਦੇਣ ਦੀ ਖਰਾਬ ਵਿਵਸਥਾ ਕਾਰਨ ਫੌਜੀ ਪਰਿਵਾਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੰਟੀਨ ਸਟਾਫ ਕਈ ਐਸੇ ਲੋਕਾਂ ਨੂੰ ਸਮਾਨ ਮਿਲੀ ਭੁਗਤ ਕਰਕੇ ਦੇ ਰਹੇ ਨੇ ਜਿਨ੍ਹਾਂ ਦੇ ਕੰਟੀਨ ਕਾਰਡ ਵੀ ਆਪਣੇ ਨਹੀਂ ਨੇ, ਤੇ ਜਿਹੜੇ ਲੋਕ ਆਪਣਾ ਕਾਰਡ ਲੈ ਕੇ ਆਉਂਦੇ ਨੇ ਉਹ ਜਾਂ ਤਾਂ ਟੋਕਨ ਲੈਣ ਲਈ ਖੱਜਲ ਖੁਆਰ ਹੁੰਦੇ ਨੇ ਤੇ ਉਹਨਾਂ ਨੂੰ ਟੋਕਨ ਦੇ ਨਾਲ ਸਮਾਨ ਵੀ ਪੂਰਾ ਨਹੀਂ ਮਿਲਦਾ। ਤੇ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਸਟਾਫ ਤੋਂ ਕਾਰਨ ਪੁੱਛਿਆ ਜਾਂਦਾ ਹੈ ਤਾਂ ਸਟਾਫ ਵੱਲੋਂ ਬੇਤੁਕੇ ਜਵਾਬ ਦੇ ਕੇ ਪੱਲਾ ਝਾੜ ਲਿਆ ਜਾਂਦਾ ਹੈ। ਉੱਥੇ ਫੌਜੀ ਪਰਿਵਾਰਾਂ ਨੇ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਆਪਣਾ ਦਖਲ ਦੇ ਕੇ ਕਮਾਹੀ ਦੇਵੀ ਕੰਟੀਨ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਯਕੀਨੀ ਬਣਾਉਣ ਤਾਂ ਜੋ ਫੌਜੀ ਪਰਿਵਾਰਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ। 5 ਵਜੇ ਦੇ ਕੀ ਕਹਿੰਦੇ ਨੰਦਰੋਂ ਹੁਣੇ? ਹਾਂਜੀ ਕੀ ਕਹਿੰਦੇ ਆ? ਕੁਛ ਨਹੀਂ, ਟੋਕਨ ਨਹੀਂ ਲੱਗਾ, ਲੇਡੀਜ਼ ਪਿੱਛੋਂ ਆ ਕੇ ਅੱਗੇ ਲੱਗੀ। ਤੁਹਾਡਾ ਨੰਬਰ ਨਹੀਂ ਲੱਗਿਆ ਤਾਂ? ਨਹੀਂ। ਤਲਵਾੜਾ ਤੋਂ ਪ੍ਰਵੀਨ ਸੋਹਲ ਦੀ ਰਿਪੋਰਟ। ਵਿਸ਼ਵ ਸਾਈਕਲ ਦਿਹਾੜੇ ਤੇ ਸਾਈਕਲ ਚਲਾਉਣ ਦੇ ਸ਼ੌਕੀਨ ਵਿਅਕਤੀ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਵਾਇਰਲ ਕਰਦੇ ਨਜ਼ਰ ਆਏ। ਉੱਥੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਕੂਲ ਦੇ ਵਿੱਚ ਸੇਵਾ ਨਿਭਾ ਰਹੇ ਐਨਸੀਸੀ ਅਧਿਆਪਕ ਰਣਜੀਤ ਸਿੰਘ ਦੇ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਮਾਡਲ ਤਿਆਰ ਕੀਤਾ ਗਿਆ ਹੈ। ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਐਨਸੀਸੀ ਅਫਸਰ ਰਣਜੀਤ ਸਿੰਘ ਵੱਲੋਂ ਸਾਈਕਲ ਦਾ ਇੱਕ ਮਾਡਲ ਬਣਾਇਆ ਗਿਆ ਹੈ ਤੇ ਇਸ ਮਾਡਲ ਦੀ ਵਿਸ਼ੇਸ਼ਤਾ ਇਹੀ ਹੈ ਕਿ ਉਹਨਾਂ ਵੱਲੋਂ ਇਹ ਮਾਡਲ ਮਹਾਂ ਦੀ ਦਾਲ ਦੇ ਦਾਣਿਆਂ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਮਾਡਲ ਨੂੰ ਬਣਾਉਣ ਦੇ ਲਈ ਕਿੰਨਾ ਸਮਾਂ ਲੱਗਿਆ, ਕਿੰਨੀ ਦਾਲ ਲੱਗੀ, ਇਸ ਮਾਡਲ ਨੂੰ ਬਣਾਉਣ ਪਿੱਛੇ ਮਾਸਟਰ ਰਣਜੀਤ ਸਿੰਘ ਦੀ
ਕੀ ਮਨਸ਼ਾ ਰਹੀ, ਇਹ ਸਾਰਾ ਕੁਝ ਜਾਣਦੇ ਹਾਂ ਉਹਨਾਂ ਦੀ ਜ਼ੁਬਾਨੀ। ਮੈਂ ਸੋਚ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਕਿ ਵਿਸ਼ਵ ਸਾਈਕਲ ਦਿਵਸ ਦੇ ਉੱਤੇ ਕੁਝ ਅਲੱਗ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਸੁਨੇਹਾ ਹੈ ਜਿਹੜਾ ਉਹ ਦਿੱਤਾ ਜਾਵੇ। ਸੋ ਕਈ ਦਿਨਾਂ ਦਾ ਸੋਚ ਵਿਚਾਰ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਫੈਸਲਾ ਲਿਆ ਕਿ ਇੱਕ ਸਾਈਕਲ ਦਾ ਮਾਡਲ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਵੇ। ਸੋ ਕਾਫੀ ਸੋਚ ਵਿਚਾਰ ਕਰਕੇ ਫਿਰ ਇੱਕ ਸਾਈਕਲ ਦਾ ਮਾਡਲ ਜਿਹੜਾ ਹੈਗਾ ਉਹ ਬਣਾਇਆ। ਔਰ ਇਹਦੀ ਖਾਸੀਅਤ ਜਿਹੜੀ ਮਾਡਲ ਦੀ ਹੈ ਉਹ ਇਹ ਹੈ ਕਿ ਇਹਦੇ ਵਿੱਚ ਇਹਨੂੰ ਬਣਾਉਣ ਦੇ ਲਈ ਮੈਂ ਮਹਾਂ ਦੀ ਦਾਲ ਜਿਹੜੀ ਹੁੰਦੀ ਹੈ, ਕਾਲੀ ਦਾਲ ਵੀ ਕਹਿੰਦੇ ਜਿਹਨੂੰ ਲੋਕੀ, ਉਹਦਾ ਇਸਤੇਮਾਲ ਕੀਤਾ। ਔਰ ਇਹਦੇ ਵਿੱਚ 3151 ਦਾਣੇ ਜਿਹੜੇ ਨੇ ਉਹ ਇਹਨੂੰ ਸਾਈਕਲ ਨੂੰ ਤਿਆਰ ਕਰਨ ਦੇ ਲਈ ਲੱਗੇ ਆ। ਔਰ ਤਕਰੀਬਨ 5 ਕੁ ਦਿਨ ਦਾ ਸਮਾਂ ਜਿਹੜਾ ਮੈਨੂੰ ਉਹ ਇਸ ਸਾਈਕਲ ਦਾ ਮਾਡਲ ਤਿਆਰ ਕਰਨ ਦੇ ਲਈ ਮੈਨੂੰ ਲੱਗ ਗਿਆ। ਔਰ ਮੇਰਾ ਇਹ ਜਿਹੜਾ ਬਣਾਉਣ ਦਾ ਮੁੱਖ ਮੰਤਵ ਹੈ, ਇਹ ਜਿਹੜਾ ਸਾਈਕਲ ਦਾ ਮਾਡਲ ਮੈਂ ਬਣਾਇਆ ਉਹ ਇਹੀ ਹੈ ਕਿ ਸਾਡੇ ਲੋਕ ਜਿਹੜੇ ਨੇ, ਵੈਸੇ ਤਾਂ ਬਹੁਤ ਲੋਕੀ ਹੁਣ ਅੱਜ ਕੱਲ੍ਹ ਸਾਈਕਲਿੰਗ ਕਰ ਰਹੇ ਆ, ਸਾਈਕਲ ਚਲਾ ਰਹੇ ਆ, ਤੇ ਅਜੇ ਵੀ ਹੋਰ ਜਾਗਰੂਕਤਾ ਦੀ ਲੋੜ ਹੈ। ਸੋ ਇਹ ਸਾਈਕਲ ਦਾ ਮਾਡਲ ਬਣਾ ਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ, ਆਮ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ, ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਥੋੜ੍ਹਾ ਬਹੁਤ ਸਾਈਕਲ ਜਿਹੜਾ ਹੈ ਉਹ ਚਲਾਈਏ, ਜਿਸ ਦੇ ਨਾਲ ਸਾਡਾ ਵਾਤਾਵਰਣ ਵੀ ਸਹੀ ਰਹਿੰਦਾ ਹੈ ਔਰ ਨਾਲ ਦੀ ਨਾਲ ਸਾਡੀ ਸਿਹਤ ਵੀ ਸਹੀ ਰਹਿੰਦੀ ਹੈ। ਉਮੀਦ ਕਰਦੇ ਹਾਂ ਕਿ ਮਾਸਟਰ ਰਣਜੀਤ ਸਿੰਘ ਤੇ ਉਹਨਾਂ ਦੀ ਇਸ ਪ੍ਰੇਰਣਾ ਤੋਂ ਸੇਧ ਲੈ ਕੇ ਬਹੁਤ ਸਾਰੇ ਲੋਕ ਨਾ ਕੇਵਲ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਤੇ ਸਗੋਂ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਸਾਈਕਲ ਦੀ ਸਵਾਰੀ ਨੂੰ ਅਪਣਾਉਣਗੇ। ਅਨੰਦਪੁਰ ਸਾਹਿਬ ਤੋਂ ਬਿਮਲ ਸੈਣੀ ਦੀ ਰਿਪੋਰਟ। ਨੌਜਵਾਨ ਪੀੜ੍ਹੀ ਜਿੱਥੇ ਵਿਦੇਸ਼ ਜਾਣ ਦੇ ਲਈ ਪੱਬਾਂ ਭਾਰ ਰਹਿੰਦੀ ਹੈ, ਉੱਥੇ ਹੀ ਪੰਜਾਬ ਦੇ ਵਿੱਚ ਕੁਝ ਅਜਿਹੇ ਨੌਜਵਾਨ ਵੀ ਨੇ ਜੋ ਕਿ ਕਿਰਤ ਕਰਕੇ ਦੂਜਿਆਂ ਦੇ ਲਈ ਮਿਸਾਲ ਬਣਦੇ ਨੇ। ਅਜਿਹੀ ਇੱਕ ਤਸਵੀਰ ਸਮਰਾਲਾ 'ਚ ਦੇਖਣ ਨੂੰ ਮਿਲੀ, ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਆਰਗੈਨਿਕ ਖੇਤੀ ਕਰਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਨੌਜਵਾਨ ਦੇ ਵੱਲੋਂ ਇੱਕ ਕਨਾਲ ਤੋਂ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਕਿ ਹੁਣ 36 ਏਕੜ ਤੱਕ ਪਹੁੰਚ ਗਿਆ ਹੈ। ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ। ਸਮਰਾਲਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ, ਜੋ ਕਿ ਇੱਕ ਨਿੱਜੀ ਬੀਮਾ ਕੰਪਨੀ 'ਚ 8 ਲੱਖ ਰੁਪਏ ਪੈਕੇਜ ਤੇ ਨੌਕਰੀ ਕਰਦੇ ਸੀ। 6 ਸਾਲ ਪਹਿਲਾਂ ਵਿਕਰਮਜੀਤ ਸਿੰਘ ਨੇ ਦੇਖਿਆ ਕਿ ਪੰਜਾਬ ਦੇ ਕਿਸਾਨ ਕਣਕ ਤੇ ਜੀਰੀ ਦੇ ਫਸਲੀ ਚੱਕਰ 'ਚੋਂ ਹੀ ਨਹੀਂ ਨਿਕਲ ਰਹੇ। ਕਿਸਾਨਾਂ ਲਈ ਮਿਸਾਲ ਬਣਨ ਖਾਤਰ ਵਿਕਰਮਜੀਤ ਸਿੰਘ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੀ 1 ਕਨਾਲ ਜ਼ਮੀਨ ਅੰਦਰ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ ਫਾਇਦਾ ਦੇ ਕੇ ਆਪਣੀ 2 ਏਕੜ ਜ਼ਮੀਨ ਦੇ ਨਾਲ-ਨਾਲ 34 ਏਕੜ ਜ਼ਮੀਨ ਠੇਕੇ ਤੇ ਲੈ ਕੇ ਹੁਣ 36 ਏਕੜ 'ਚ ਇਹ ਕਿਸਾਨ ਆਰਗੈਨਿਕ ਖੇਤੀ ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕਿਸਾਨ ਨੇ ਕਦੇ ਕਣਕ ਜਾਂ ਜੀਰੀ ਨਹੀਂ ਲਾਈ। ਉੱਥੇ ਹੀ ਵਿਕਰਮਜੀਤ ਸਿੰਘ ਨੇ ਲੋਕਾਂ ਨੂੰ ਆਰਗੈਨਿਕ ਸਬਜ਼ੀਆਂ ਤੇ ਫਲ ਦੇਣ ਲਈ ਪਿੰਡ ਅੰਦਰ ਰਿਟੇਲ ਕਾਊਂਟਰ ਖੋਲਿਆ ਹੋਇਆ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਸਮਰਾਲਾ ਵਿਖੇ ਵੀ ਇਹ ਕਾਊਂਟਰ ਖੋਲਿਆ ਜਾਵੇਗਾ ਅਤੇ 1 ਸਾਲ ਅੰਦਰ ਪੰਜਾਬ ਦੇ ਹਰ ਸ਼ਹਿਰ ਅੰਦਰ ਇਹ ਕਾਊਂਟਰ ਉਹਨਾਂ ਵੱਲੋਂ ਬਣਾਇਆ ਜਾਵੇਗਾ। ਇਸ ਦੌਰਾਨ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਲਈ ਜਾਗਰੂਕ ਕੀਤਾ ਜਾਵੇਗਾ। ਉਹਨਾਂ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇੱਥੇ ਹੀ ਆਰਗੈਨਿਕ ਖੇਤੀ ਕਰਕੇ ਆਪਣੇ ਪਰਿਵਾਰ ਅਤੇ ਲੋਕਾਂ ਦੀ ਸਿਹਤ ਬਚਾਉਣ ਦੇ ਨਾਲ-ਨਾਲ ਸੂਬੇ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਆਪਣਾ ਕੰਮ ਕਰਕੇ ਹੀ ਵੱਧ ਤੋਂ ਵੱਧ ਪੈਸੇ ਵੀ ਕਮਾਏ ਜਾ ਸਕਦੇ ਨੇ। ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ। ਹਾਂਜੀ ਸਰ, ਮੇਰੇ ਕੋਲ ਆਪਣੇ ਨਾਂ ਤੇ ਨੇ ਉਹ 2 ਏਕੜ ਨੇ, ਪਰ ਜਿਹੜੀ ਮੇਰੀ ਖੇਤੀ ਆ ਉਹ 36 ਏਕੜ ਦੇ ਵਿੱਚ ਹੈ ਜੀ। ਤੇ ਮੈਂ ਆਰਗੈਨਿਕ ਖੇਤੀ ਤਕਰੀਬਨ ਇਸ ਟਾਈਮ ਅਸੀਂ 8 ਤੋਂ 10 ਕਿੱਲਿਆਂ 'ਚ ਆਰਗੈਨਿਕ ਖੇਤੀ ਕਰਦੇ, ਬਾਕੀ ਸਾਡੀ ਨੋਰਮਲ ਖੇਤੀ ਹੈ। ਪਰ ਸਾਡੀ ਹੈਗੀ ਹੈ ਜੋ ਅਸੀਂ ਫਸਲੀ ਚੱਕਰ 'ਚ ਨਹੀਂ ਹੈਗੇ, ਨਾ ਅਸੀਂ ਜੀਰੀ ਲਾਉਂਦੇ ਹਾਂ ਨਾ ਅਸੀਂ ਕਣਕ ਲਾਉਂਦੇ ਹਾਂ। ਸਾਡੇ ਕੋਲ ਸਾਰਾ ਹੀ ਮਤਲਬ ਬਾਗਬਾਨੀ ਦਾ ਹੀ ਖੇਤਰ ਹੈ। ਜਿਵੇਂ ਹੁਣ ਮੰਨ ਲਓ ਅਸੀਂ ਇਸ ਟਾਈਮ ਨਿੰਬੂ ਸਾਡੇ ਕੋਲ ਲੱਗਿਆ ਹੋਇਆ, ਅਮਰੂਦ ਆ, ਪਪੀਤਾ, ਤੇ ਤਕਰੀਬਨ ਹੁਣ ਲਾ ਲਓ ਸਾਡੇ ਕੋਲ ਡੈਜੀ ਲਾਇਆ। ਅਸੀਂ ਅਲੱਗ-ਅਲੱਗ ਤਰ੍ਹਾਂ ਦੀ ਅਸੀਂ ਫਰੂਟ ਦੀ ਖੇਤੀ ਕਰਦੇ ਹਾਂ ਤੇ ਅਸੀਂ ਫਾਰਮਰ ਦੇ ਨਾਲ ਐਗਰੀਮੈਂਟ ਕਰ ਲੈਂਦੇ ਹਾਂ ਵੀ ਮੰਨ ਲਓ ਕੋਈ NRI ਫਾਰਮਰ ਆ ਵੀ ਜਿਹਦੀ ਲੈਂਡ ਆ ਵੀ 10 ਸਾਲ ਲਈ ਜਾਂ 15 ਸਾਲ ਲਈ ਅਸੀਂ ਲੀਜ਼ 'ਤੇ ਲੈ ਕੇ ਉਹਦੇ ਨਾਲ ਅਸੀਂ ਐਗਰੀਮੈਂਟ ਕਰਕੇ ਲਾ ਲੈਂਦੇ ਹਾਂ। ਸਰ ਅਸੀਂ ਮੋਸਟਲੀ ਜਿਹੜੀ ਸਾਡੀ ਮੇਨ ਜਿਹੜੀ ਨੀਡ ਆ, ਸਭ ਤੋਂ ਜ਼ਿਆਦਾ ਜ਼ਰੂਰਤ ਆ, ਉਹ ਹੈਗੀ ਹੈ ਵਰਮਿੰਗ ਕੰਪੋਸਟ, ਜੋ ਅਸੀਂ ਖੁਦ ਤਿਆਰ ਕਰਦੇ ਹਾਂ, ਜਿਹੜੀ ਕੇਚੂਏ ਦੇ ਦੁਆਰਾ ਤਿਆਰ ਕੀਤੀ ਜਾਂਦੀ ਹੈ, ਜਿਹੜੀ ਆਪਣਾ ਘਰ ਦੀ ਵੇਸਟੇਜ ਆ ਉਹ ਪੈਂਦੀ ਹੈ ਇਹਦੇ ਵਿੱਚ, ਪਲੱਸ ਇਹਦੇ ਵਿੱਚ ਆਪਣਾ ਜਿਹੜਾ ਗੋਹਾ ਹੁੰਦਾ ਗੋਹਾ ਪੈਂਦਾ। ਇਹਨਾਂ ਦੋਨਾਂ ਨੂੰ ਡੀਕੰਪੋਜ਼ ਕਰਕੇ ਜਿਹੜਾ ਗੋਹਾ ਹੈ ਉਹ ਖਾ ਕੇ ਖਾਦ ਤਿਆਰ ਕਰਦਾ। ਇਹ PAU ਵੀ ਪ੍ਰੋਵਾਈਡ ਕਰ ਦਿੰਦੇ ਆ ਜੀ, ਪ੍ਰਾਈਵੇਟ ਪਲੇਅਰ ਤੋਂ ਵੀ ਬਾਹਰੋਂ ਮਿਲ ਜਾਂਦੇ ਨੇ। ਅਸੀਂ ਜ਼ਿਆਦਾਤਰ ਆਪਣੇ ਬਲਾਚੌਰ ਤੋਂ ਇੱਕ ਫਾਰਮਰ ਆ ਉਹ ਤੋਂ ਲੈਂਦੇ ਹਾਂ।
ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨੂੰ ਖਾਦ ਨੂੰ ਤਿਆਰ ਕਰਨ ਲਈ? ਇਹਨੂੰ ਜੀ ਸਰ 2 ਤੋਂ 2.5 ਮਹੀਨੇ ਲੱਗ ਜਾਂਦੇ ਨੇ। ਇੱਕ ਵਾਰ ਮੰਨ ਲਓ ਤੁਸੀਂ ਇੱਕ ਬੈੱਡ ਆ ਤੁਹਾਡਾ 10 ਕੁਇੰਟਲ ਉਹਦੇ ਵਿੱਚ ਗੋਹਾ ਪੈ ਗਿਆ, ਉਹ ਤੁਹਾਡਾ 2 ਤੋਂ 2.5 ਮਹੀਨੇ ਦੇ ਵਿੱਚ 7 ਤੋਂ 6 ਕੁਇੰਟਲ ਉਹ ਤੁਹਾਡੀ ਖਾਦ ਤਿਆਰ ਹੋ ਜਾਣੀ ਹੈ। ਇਸ ਤੋਂ ਪਹਿਲਾਂ ਮੈਂ ਜੌਬ ਕਰਦਾ ਸੀਗਾ, ਮੇਰਾ ਤਕਰੀਬਨ 8 ਲੱਖ ਰੁਪਏ ਦਾ ਪੈਕੇਜ ਸੀਗਾ। ਮੈਂ ਲਾਈਫ ਇੰਸ਼ੋਰੈਂਸ ਕੰਪਨੀ ਦੇ ਵਿੱਚ ਬਿਜ਼ਨਸ ਮੈਨੇਜਰ ਸੀਗਾ, ਅਤੇ ਜੌਬ ਦੇ ਦੌਰਾਨ ਮੈਂ ਦੇਖਦਾ ਸੀਗਾ ਵੀ ਜਿਹੜੇ ਸਾਡੇ ਫਾਰਮਰ ਨੇ ਉਹ ਜ਼ਿਆਦਾਤਰ ਖੇਤੀ ਕਰ ਰਹੇ ਨੇ ਰਵਾਇਤੀ ਕਣਕ ਜਾਂ ਝੋਨਾ। ਉਹ ਜਿਹੜਾ ਇਹ ਚੱਕਰ ਦੇ ਵਿੱਚ ਨੇ ਵੀ ਬਾਕੀ ਟਾਈਮ ਸਾਰਾ ਦਿਨ ਉਹ ਵਿਹਲੇ ਨੇ, ਕੰਮ ਕੋਈ ਹੈ ਨਹੀਂ ਗਾ, ਸੜਕਾਂ 'ਤੇ ਬੈਠੇ ਨੇ, ਕੋਈ ਝੁੰਡ ਬਣਾ ਕੇ ਕਿਤੇ ਬੈਠਾ, ਕੋਈ ਵਿਹਲਾ। ਮੈਂ ਚਾਹੁੰਦਾ ਸੀ ਵੀ ਉਹ ਜਿਹੜੇ ਬੰਦੇ ਨੇ ਵੀ ਉਹ ਕੰਮ ਦੇ ਵਿੱਚ ਉਹਨਾਂ ਨੂੰ ਬਿਜ਼ੀ ਕਰੀਏ। ਇਸ ਲਈ ਸਭ ਤੋਂ ਪਹਿਲਾਂ ਮੈਨੂੰ ਖੁਦ ਕਰਕੇ ਦੇਖਣਾ ਪੈਣਾ ਸੀ ਵੀ ਇਹ ਕੀ ਪੋਸੀਬਲ ਹੈ। ਤਾਂ ਮੈਂ ਇੱਕ ਨਾਲ ਏਕੜ ਤੋਂ ਸ਼ੁਰੂ ਕਰਿਆ ਅਤੇ ਇੱਕ ਨਾਲ ਤੋਂ ਮੈਂ ਵਧਾ ਕੇ ਹੌਲੀ ਹੌਲੀ ਅਸੀਂ ਕਈ ਏਕੜਾਂ ਤੱਕ ਲੈ ਗਏ, ਅਤੇ ਸਾਡਾ ਰਿਜ਼ਲਟ ਬਹੁਤ ਵਧੀਆ ਰਿਹਾ। ਸਾਨੂੰ ਦੇਖ ਕੇ ਬਹੁਤ ਬੰਦਿਆਂ ਨੇ ਸ਼ੁਰੂ ਕੀਤਾ ਦੁਬਾਰਾ ਔਰਗੈਨਿਕ। ਅਸੀਂ ਸਿਖਾਉਂਦੇ ਵੀ ਹਾਂ ਔਰਗੈਨਿਕ ਖੇਤੀ ਵੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਅਤੇ ਨਾਲ ਮੰਨ ਲਓ ਪਲਾਂਟ ਦੇ ਵਿੱਚ ਵੀ ਅਸੀਂ ਜੇ ਕਿਸੇ ਦੀ ਪਲਾਂਟ ਲੈਣੇ ਹੋਣ ਤਾਂ ਅਸੀਂ ਉਹਦੀ ਵੀ ਹੈਲਪ ਕਰ ਦਿੰਦੇ ਹਾਂ। ਭਾਈ ਪਲਾਂਟ ਫਲਾਨੀ ਜਗ੍ਹਾ ਤੋਂ ਲੈ ਲਾ, ਵੀ ਉੱਥੋਂ ਸਾਡਾ ਭਰੋਸੇਯੋਗ ਸਾਡੇ ਡੀਲਰ ਨੇ ਜਿਹੜੇ ਉਹਨਾਂ ਤੋਂ ਅਸੀਂ ਮੰਗਵਾ ਦਿੰਦੇ ਹਾਂ। ਸਾਡੇ ਕੋਲ ਜੀ ਨਿੰਬੂ ਦੀ ਜ਼ਿਆਦਾਤਰ ਬਾਗਬਾਨੀ ਹੈ ਜੀ। ਸਾਡੇ ਕੋਲ ਨਿੰਬੂ ਦੇ ਤਕਰੀਬਨ ਇਸ ਟਾਈਮ 6 ਏਕੜ ਨਿੰਬੂ ਲੱਗਿਆ ਹੋਇਆ, ਜਿਹੜਾ ਸਾਡੇ ਕੋਲ 2 ਏਕੜ ਸਾਡੇ ਕੋਲ ਪੁਰਾਣਾ ਹੈ ਅਤੇ 4 ਏਕੜ ਅਸੀਂ ਨਵਾਂ ਲਾਇਆ। ਲਾਸਟ ਈਅਰ ਕਰੋਨਾ ਦੇ ਦੌਰਾਨ ਜਿਹੜਾ ਸਾਡਾ ਪਰ ਏਕੜ ਦੀ ਐਵਰੇਜ ਰਹੀ ਹੈ ਉਹ 4,85,000 ਰੁਪਏ ਰਹੀ ਹੈ। ਮੈਨੂੰ ਜੀ ਇਹ ਤਕਰੀਬਨ 6 ਸਾਲ ਹੋ ਗਏ ਜੀ। 6 ਸਾਲ ਤੋਂ ਮੈਂ ਇਸ ਔਰਗੈਨਿਕ ਦੇ ਵਿੱਚ ਜੁੜਿਆ ਹੋਇਆ, ਨਾਲ ਬਾਗਬਾਨੀ ਜੁੜਿਆ। ਮੈਂ ਮੈਸੇਜ ਦੇਣਾ ਚਾਹੁੰਦਾ ਜੀ, ਲੋਕ ਬਾਹਰ ਜਾਣਾ ਕਾਹਤੇ ਚਾਹੁੰਦੇ ਨੇ? 2 ਕਾਰਨ ਨੇ। ਇੱਕ ਤਾਂ ਅਗਲਾ ਕਹਿੰਦਾ ਵੀ ਉਰੇ ਸਿਹਤ ਨਹੀਂ ਹੈਗੀ। ਸਿਹਤ ਉਰੇ ਤਾਂ ਨਹੀਂ ਹੈਗੀ ਕਿਉਂਕਿ ਆਪਾਂ ਬਹੁਤ ਜ਼ਿਆਦਾ ਪੈਸਟੀਸਾਈਡ ਯੂਜ਼ ਕਰਦੇ ਹਾਂ। ਪੈਸਟੀਸਾਈਡ ਨੂੰ ਯੂਜ਼ ਤਾਂ ਕਰਦੇ ਹਾਂ, ਪਰ ਹਰ ਕੋਈ ਕਹਿੰਦਾ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗੁਆਂਢੀਆਂ ਦੇ। ਸ਼ੁਰੂ ਕੌਣ ਕਰੇਗਾ? ਔਰਗੈਨਿਕ ਖੇਤੀ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂ ਕਰਨੀ ਪਏਗੀ ਨਾ। ਇਸ ਤਰ੍ਹਾਂ ਵੀ ਮੰਨ ਲਓ ਘੱਟੋ ਘੱਟ ਜੀ ਜ਼ਿਆਦਾ ਨਹੀਂ ਤਾਂ ਆਪਣੇ ਜੋਗੀ ਅੱਧਾ ਕਿੱਲਾ ਕਨਾਲ 2 ਕਨਾਲ ਆਪਣੇ ਲਈ ਤਾਂ ਸ਼ੁਰੂ ਕਰੋ। ਆਪਣੇ ਲਈ ਤੁਸੀਂ ਉਨੀ ਕੁ ਫਸਲ ਬੀਜੋ ਤਾਂ ਕਿ ਤੁਸੀਂ ਆਪ ਆਪਣੇ ਬੱਚਿਆਂ ਨੂੰ ਔਰਗੈਨਿਕ ਖਿਲਾ ਸਕੋ। ਜਦੋਂ ਤੁਹਾਡਾ ਵਿਸ਼ਵਾਸ ਬਣ ਗਿਆ ਵੀ ਹਾਂ ਔਰਗੈਨਿਕ ਖੇਤੀ ਕੀਤੀ ਜਾ ਸਕਦੀ, ਉਸ ਤੋਂ ਬਾਅਦ ਤੁਸੀਂ ਇਹਨੂੰ ਵਧਾ ਸਕਦੇ ਹੋ, ਕਮਰਸ਼ੀਅਲ ਲੈ ਜਾ ਸਕਦੇ ਹੋ। ਜਿਵੇਂ ਅਸੀਂ ਹੁਣ ਔਰਗੈਨਿਕ ਦੇ ਵਿੱਚ ਆਪਣੇ ਰਿਟੇਲ ਕਾਊਂਟਰ ਓਪਨ ਕੀਤੇ ਨੇ। ਜਿਵੇਂ ਸਾਡਾ ਪਹਿਲਾ ਕਾਊਂਟਰ ਅਸੀਂ ਢੰਡੇ ਪਿੰਡ 'ਚ ਓਪਨ ਕੀਤਾ। ਢੰਡੇ ਨਹਿਰ ਦੇ ਉੱਤੇ ਸਾਂਝਾ ਕਰਨ ਆਉਂਦਾ ਇੱਕ ਕਨਸੈਪਟ ਆ, ਉਹਦੇ ਉੱਤੇ ਸਾਡਾ ਰਿਟੇਲ ਦਾ ਕਾਊਂਟਰ ਆ ਜੋ ਅਸੀਂ ਓਪਨ ਕੀਤਾ ਹੈ। ਇਸ ਤੋਂ ਬਾਅਦ ਅਸੀਂ ਇੱਕ ਸਮਰਾਲੇ ਦੇ ਵਿੱਚ ਹੋਰ ਕਾਊਂਟਰ ਓਪਨ ਕਰ ਦਾਂਗੇ। ਤਕਰੀਬਨ ਜਿਹੜਾ ਸਾਡਾ ਪਲਾਨ ਆ ਵੀ ਅਸੀਂ ਵਿਦਨ 2 ਈਅਰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਸਾਡਾ ਕਾਊਂਟਰ ਹੋਊਗਾ ਜਿਹਦੇ ਉੱਤੇ ਔਰਗੈਨਿਕ ਸਬਜ਼ੀ ਅਸੀਂ ਵੇਚਾਂਗੇ, ਅਤੇ ਅਸੀਂ ਆਪਣੇ ਨਾਲ ਫਾਰਮਰਾਂ ਨੂੰ ਐਸੋਸੀਏਟ ਕਰਾਂਗੇ ਜਿਹੜੇ ਫਾਰਮਰ ਔਰਗੈਨਿਕ ਕਰਦੇ ਨੇ। ਔਰਗੈਨਿਕ ਸਬਜ਼ੀ ਦਾ ਜੀ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਵੀ ਲੋਕ ਡਾਕਟਰ ਤੋਂ ਬਚ ਜਾਣਗੇ। ਜਿਸ ਤਰ੍ਹਾਂ ਇੱਕ ਫੈਮਿਲੀ ਡਾਕਟਰ ਹੁੰਦਾ, ਜਿਹੜਾ ਸਾਡਾ ਕੰਸੈਪਟ ਹੋਊਗਾ ਵੀ ਫੈਮਿਲੀ ਫਾਰਮਰ ਦਾ ਮਤਲਬ ਆ ਵੀ ਇੱਕ ਇੱਦਾਂ ਦਾ ਫਾਰਮਰ ਚੂਜ਼ ਕਰੋ ਜਿਹੜਾ ਤੁਹਾਨੂੰ ਇੱਕ ਵਧੀਆ ਪ੍ਰੋਡਿਊਸ ਪੈਦਾ ਕਰਕੇ ਦੇਵੇ, ਭਰੋਸੇਯੋਗ ਹੋਵੇ, ਜ਼ਹਿਰ ਫਰੀ ਹੋਵੇ। ਤੁਸੀਂ ਉਹਨੂੰ 2 ਰੁਪਏ ਵੱਧ ਵੀ ਦੇ ਦੋਗੇ ਤਾਂ ਤੁਹਾਡਾ ਕੁਛ ਨਹੀਂ ਜਾਣਾ, ਕਿਉਂਕਿ ਤੁਹਾਡੇ ਡਾਕਟਰ ਦਾ ਖਰਚਾ ਬਚ ਜਾਣਾ ਉਹਨਾਂ, ਅਤੇ ਫਾਰਮਰ ਨੂੰ ਵੀ ਉਤਸ਼ਾਹਿਤ ਹੋ ਜਾਏਗਾ ਵੀ ਹਾਂ ਮੈਂ ਖੇਤੀ ਕਰਨੀ ਆ, ਮੈਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ, ਮੈਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹਨੂੰ ਸੈੱਟ ਕਰ ਸਕਦਾ। ਸਰ ਜਿਹੜਾ ਸਾਡੇ ਕੋਲ ਬਲਕ ਕੁਆਂਟੀਟੀ ਦੇ ਵਿੱਚ ਹੁੰਦਾ, ਵੈਸੇ ਤਾਂ ਲੁਧਿਆਣਾ ਮੰਡੀ ਦੀ ਜਿਹੜੀ ਡਿਮਾਂਡ ਆ ਉਹ 3 ਤੋਂ 4 ਟਨ ਮਾਲ ਦੀ ਹਰ ਰੋਜ਼ ਦੀ ਹੈ। ਇਸੇ ਤਰ੍ਹਾਂ ਜਲੰਧਰ ਮੰਡੀ ਹੋ ਗਿਆ, ਅੰਮ੍ਰਿਤਸਰ ਮੰਡੀ ਹੋ ਗਿਆ। ਤਕਰੀਬਨ ਪੰਜਾਬ ਦੀਆਂ 22 ਮੰਡੀਆਂ ਇਹੋ ਜਿਹੀਆਂ ਨੇ ਜਿਹੜੀਆਂ ਬਲਕ ਦੇ ਵਿੱਚ ਬਾਇੰਗ ਕਰਦੀਆਂ, ਖਰੀਦਦੀਆਂ ਨੇ। ਸਾਡੇ ਕੋਲ ਤਾਂ ਇੰਨਾ ਹੁੰਦਾ ਵੀ ਨਹੀਂ ਹੈਗਾ। ਸਾਡੇ ਕੋਲ ਤਾਂ 1 ਏਕੜ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ 300 ਕੁਇੰਟਲ ਮਾਲ ਨਿਕਲਦਾ, ਜਾਂ ਸਾਡੇ ਕੋਲ ਇਸ ਟਾਈਮ ਜਿਹੜਾ ਤਿਆਰ ਹੁੰਦਾ 500 ਤੋਂ 600 ਕੁਇੰਟਲ ਤਿਆਰ ਹੁੰਦਾ। ਇਹ ਤਾਂ ਕੁਛ ਵੀ ਨਹੀਂ ਹੈਗਾ। ਜਿਹੜੀ ਮੰਡੀਆਂ ਦੀ ਇਸ ਟਾਈਮ ਦੀ ਡਿਮਾਂਡ ਆ ਪੰਜਾਬ ਦੀ, ਉਹ ਤਾਂ ਹਜ਼ਾਰਾਂ ਟਨ ਦੀ ਆ, ਜੋ ਆਪਾਂ ਆਉਣੇ ਵਾਲੇ ਸਮੇਂ ਦੇ ਵਿੱਚ ਸਭ ਨੂੰ ਰਲ ਕੇ ਮਿਲ ਕੇ ਹੀ ਪੂਰੀ ਕਰ ਸਕਦੇ ਹਾਂ। ਉਸ ਤੋਂ ਬਿਨਾਂ ਨਹੀਂ ਪੋਸੀਬਲ ਹੈਗਾ ਜੀ। ਜਿਹੜਾ ਸਾਡੇ ਕੋਲ ਵੈਰਾਈਟੀ ਲੱਗੀ ਹੋਈ ਹੈ ਇਹ ਉੱਤਰਾਖੰਡ ਦੀ ਵੈਰਾਈਟੀ ਹੈ ਜੀ। ਇਹ 1.5 ਸਾਲ ਦੇ ਵਿੱਚ ਪ੍ਰੋਡਕਸ਼ਨ 'ਤੇ ਆ ਜਾਂਦੀ ਹੈ ਵੈਰਾਈਟੀ, ਅਤੇ ਜਿਹੜੀ ਇਹਦੀ ਲਾਈਫ ਆ ਉਹ 20 ਸਾਲ ਪਲੱਸ ਆ। ਮੰਨ ਲਓ ਇੱਕ ਵਾਰ ਤੁਸੀਂ ਕੋਈ ਬੂਟਾ ਲਾ ਲਿਆ, ਉਹ 20 ਸਾਲ ਤੱਕ ਤੁਹਾਨੂੰ ਫਰੂਟ ਦੇਵੇਗਾ, ਅਤੇ ਤਕਰੀਬਨ ਇੱਕ ਬੂਟੇ ਤੋਂ 10 ਕਿਲੋ ਤੋਂ ਸਟਾਰਟ ਹੋ ਗਏ। ਜਿਵੇਂ ਮੇਰਾ ਇਸ ਟਾਈਮ 5 ਸਾਲ ਦਾ ਬਾਗ ਆ, ਮੇਰੀ ਇਸ ਵਾਰ ਲਾਸਟ ਈਅਰ ਦੀ ਮੇਰੀ ਜਿਹੜੀ ਇੱਕ ਨਿੰਬੂ ਦੀ ਜਿਹੜੀ ਰਹੀ ਸੀ 72 ਕਿਲੋ ਪਰ ਪਲਾਂਟ ਦੀ ਸੀਗੀ ਐਵਰੇਜ, ਅਤੇ ਇਸ ਸਾਲ ਉਮੀਦ ਆ ਵੀ 72 ਤੋਂ ਆਸ-ਪਾਸ ਉੱਪਰ ਜਾਏਗੀ ਜਾਂ ਥੋੜਾ ਵੱਧ ਜਾਏਗੀ। ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ। ਖੰਨਾ ਪੁਲਿਸ ਵੱਲੋਂ ਇੱਕ ਅਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਮੰਦਰਾਂ ਅਤੇ ਗੁਰਦੁਆਰਿਆਂ ਦੇ ਵਿੱਚ ਚੋਰੀ ਕਰਦੇ ਸਨ। ਫਿਲਹਾਲ ਪੁਲਿਸ ਵੱਲੋਂ ਇਸ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਕੋਲੋਂ ਮੰਦਰ ਅਤੇ ਗੁਰਦੁਆਰਿਆਂ ਦੇ ਵਿੱਚੋਂ ਚੋਰੀ ਕੀਤੀ ਗਈ ਨਕਦੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਚੋਰ ਗਿਰੋਹ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਦਰ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਲੋਦੀ ਪਿੰਡ ਦੇ ਗੁਰੂ ਘਰ 'ਚ ਚੋਰੀ ਹੋਈ ਸੀ, ਜਿਸ ਸੰਬੰਧੀ ਇੰਦਰਜੀਤ ਸਿੰਘ ਰਿਸ਼ੀ ਵਾਸੀ ਰਤਨ ਪਾਲੂ ਨੂੰ ਕਾਬੂ ਕੀਤਾ ਗਿਆ। ਇਸ ਕੋਲੋਂ ਤੇ ਉਹਨਾਂ ਦੱਸਿਆ ਕਿ ਇਸ ਕੋਲੋਂ ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤੀ ਨਕਦੀ, DVR, LCD ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਤੇ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇੰਦਰਜੀਤ ਸਿੰਘ ਚੋਰੀਆਂ ਕਰਨ ਦਾ ਆਦੀ ਹੈ। ਉਸ ਦੇ ਖਿਲਾਫ ਕੁਰੂਕਸ਼ੇਤਰ ਵਿੱਚ ਵੀ ਕਈ ਮੁਕੱਦਮੇ ਦਰਜ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਸ਼ੀ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਹ ਆਮ ਤੌਰ ਤੇ ਗੁਰਦੁਆਰਾ ਸਾਹਿਬ ਦੇ ਮੰਦਿਰਾਂ 'ਚ ਚੋਰੀ ਕਰਨ ਦਾ ਆਦੀ ਹੈ। ਇੱਥੇ ਪਹਿਲਾਂ ਵੀ ਮੁਕੱਦਮੇ ਵਗੈਰਾ ਦਰਜ ਆ। ਹੁਣ ਇਹਨੇ ਪਿੱਛੇ ਇੰਨੇ ਦਿਨਾਂ ਚੋਰੀ ਕੀਤੀ ਸੀ, ਜਿਹੜਾ ਸਾਰਾ ਗੁਰਦੁਆਰੇ ਸਾਹਿਬ ਦਾ ਜਿੰਨਾ ਵੀ ਸਮਾਨ ਚੋਰੀ ਹੋਇਆ, ਦੀਵੀਵਾਰ ਯਾਰ ਵਗੈਰਾ ਜੋ ਭਾਣ ਸਾਰਾ ਜਿਹੜਾ ਬਰਾਮਦ ਹੋ ਚੁੱਕਾ। ਰਿਮਾਂਡ ਵਗੈਰਾ ਲੈ ਕੇ ਪੁੱਛਗਿੱਛ ਰਿਮਾਂਡ ਲੈ ਕੱਲ੍ਹ ਤਾਈਂ ਦਾ ਰਿਮਾਂਡ ਆ, ਪੁੱਛਗਿੱਛ ਜਾਰੀ ਹੈ। ਇਹਦੇ ਜਿਹੜੇ ਦੂਜੇ ਭਰਾ ਵਾ ਉਹ ਵੀ ਕ੍ਰਿਮੀਨਲ ਹੈ, ਉਹ ਵੀ ਜਿਹੜੇ ਆ ਇੱਕ ਜੇਲ੍ਹ 'ਚ ਆ, ਇੱਕ ਜਿਹੜਾ ਉਹਨੂੰ ਭੱਜਾ ਫਿਰਦਾ, ਪਿੰਡ ਨਹੀਂ ਰਹਿੰਦੇ। ਇੱਥੇ ਤਾਂ ਕਿੰਨੇ ਕੁ ਮਾਮਲੇ ਹੈਗੇ? ਇਹ 3-4 ਮੁਕੱਦਮੇ ਪਹਿਲਾਂ ਆਲਰੇਡੀ ਹੈਗੇ ਚੋਰੀਆਂ ਦੇ। ਗੁਰਦੁਆਰਾ ਜ਼ਿਆਦਾਤਰ ਇਹ ਗੁਰਦੁਆਰਿਆਂ ਨੂੰ ਹੀ ਨਿਸ਼ਾਨਾ ਬਣਾਉਂਦਾ, ਗੁਰਦੁਆਰੇ ਮੰਦਰ। ਇਕੱਲਾ ਜਾਏ ਨਾਲ ਹੋਰ ਵੀ ਬੰਦੇ ਸਾਹਮਣੇ ਦੇਖੋ ਪੁੱਛਗਿੱਛ ਜਾਰੀ ਆ, ਇਹਦੇ ਕੋਲ ਬਰਾਮਦਗੀ ਤੇ ਹੋ ਗਈ ਹੈ। ਜੇ ਕੋਈ ਹੋਊਗਾ ਤੇ ਉਹ ਵੀ ਆ ਜਾਏਗਾ। ਮੈਨੂੰ ਕਈ ਤਰ੍ਹਾਂ ਦੇ ਪਰਚਾ ਦਿੱਤਾ ਇਹ 457 380 400 ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ। ਤੇ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਹੋਰ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਸਵੇਰਾ ਪੰਜਾਬ।